ਅੱਜ ਆ ਗਈ ਜੇ ਨਵੀਂ ਗੱਲ ਤੇ ਪੈਣਗੇ ਪੂਰੇ ਸੱਲ ਤੇ ਕਰਨਾ ਤੁਹਾਡੇ ਵੱਲ। ਕੀ ਹੋਇਆ? ਇਲਾਹਾਬਾਦ ਹਾਈ ਕੋਰਟ ਨੇ ਬਰੇਲੀ ਦੇ ਐਡੀਸ਼ਨਲ ਸੈਸ਼ਨ ਜੱਜ ਰਵੀ ਕੁਮਾਰ ਦਿਵਾਕਰ ਸਾਹਿਬ ਵੱਲੋਂ ਮਾਨਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦਾ ਗੁਣ ਗਾਇਨ ਗਾਇਆ ਗਿਆ ਔਰ ਗਾਇਆ ਵੀ ਕਿਹਦੇ ਵਿੱਚ ਗਿਆ? ਆਪਣੇ ਆਰਡਰ ਦੇ ਵਿੱਚ ਗਾਇਆ ਗਿਆ। ਤੇ ਉਹਨਾਂ ਨੇ ਜਿਹੜਾ ਗੁਣ ਗਾਇਨ ਕੀਤਾ ਉਹ ਅਜੇ ਤੱਕ ਬਾਹਰ ਆਇਆ ਜਾਂ ਨਹੀਂ ਆਇਆ, ਲੇਕਿਨ ਇੱਕ ਗੱਲ 20 ਮਾਰਚ 2024 ਰਾਤ 9:28 ਤੇ ਅਪਡੇਟ ਹੋਇਆ। 11:53 ਤੇ ਇੰਡੀਅਨ ਸਟੈਂਡਰਡ ਟਾਈਮ ਨਿਊ ਦਿੱਲੀ ਤੋਂ। Allahabad High Court expunges remarks by Bareilly judge hailing Yogi Adityanath। ਇਹਦਾ ਕੈਪਸ਼ਨ ਆਇਆ ਔਰ ਨਾਲ ਅੱਗੇ ਆਇਆ, ਇਟ ਇਜ਼ ਨਾਟ ਐਕਸਪੈਕਟਡ ਆਫ a judicial officer to express his personal or preconceived notions, says court। ਕਿਹੜੀ ਕੋਰਟ ਨੇ ਕਿਹਾ? ਮਾਨਯੋਗ ਇਲਾਹਾਬਾਦ ਹਾਈ ਕੋਰਟ ਦੀ ਖੰਡਪੀਠ ਦੇ ਬੈਂਚ ਰਾਮ ਮਨੋਹਰ ਹਰਾਇਣ ਮਿਸ਼ਰਾ ਉਹਨਾਂ ਨੇ ਇਹ ਕਿਹਾ, ਇਟ ਇਜ਼ ਨਾਟ ਐਕਸਪੈਕਟਡ ਆਫ ਫਰੋਮ ਦੀ ਜੁਡੀਸ਼ੀਅਲ ਆਫਿਸਰ to express personal or preconceived notions or inclinations over the matter. The judicial order is a meant for public consumption। ਇਹ ਦੇਖੋ ਕਿਸ ਤਰ੍ਹਾਂ ਦੇ ਧੋਣੇ ਜੁਡੀਸ਼ਰੀ ਦੇ ਵਿੱਚ ਧੋਏ ਜਾ ਰਹੇ ਨੇ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਦੇ ਇਹ ਲਿਫਾਫੇ ਖੋਏ ਜਾ ਰਹੇ ਨੇ। ਕਿ ਇੰਨੀ ਭਗਤੀ, ਕੀ ਇਹ ਦੇਸ਼ ਭਗਤੀ ਕਹੋਗੇ ਜਾਂ ਅੰਧ ਭਗਤੀ ਕਹੋਗੇ? ਐਟ ਦੀ ਕਾਸਟ ਆਫ ਪਬਲਿਕ ਚੱਕਰ ਕਹੋਗੇ ਜਾਂ ਐਟ ਦੀ ਕਾਸਟ ਆਫ ਸੰਗਠਨ ਜਿਹੜਾ ਮਿਸਟੀਰੀਅਸ ਰੂਪ ਵਿੱਚ ਮਿਸਚੀਵੀਅਸਲੀ ਕੰਮ ਕਰ ਰਿਹਾ ਹੈ ਤੇ ਢਾਹ ਲਾ ਰਿਹਾ ਸਿਸਟਮ ਨੂੰ, ਉਹਨਾਂ ਉੱਤੇ ਕੀ ਯੋਗ ਕਾਰਵਾਈ ਕਰਨ ਦੇ ਆਦੇਸ਼ ਫਰਮਾਏ ਨੇ ਮਾਨਯੋਗ ਇਲਾਹਾਬਾਦ ਹਾਈ ਕੋਰਟ ਨੇ ਜਾਂ ਨਹੀਂ ਫਰਮਾਏ? ਮਾਨਯੋਗ ਸੁਪਰੀਮ ਕੋਰਟ ਨੇ ਇਹਦੇ 'ਤੇ ਕੋਈ ਗੱਲ ਕੀਤੀ ਹੈ ਜਾਂ ਨਹੀਂ ਕੀਤੀ? ਆਉਣ ਵਾਲੇ ਦਿਨਾਂ ਵਿੱਚ ਹੋਏਗੀ ਇਹ ਗੱਲ। ਲੇਕਿਨ ਇੱਕ ਗੱਲ ਜ਼ਰੂਰ ਹੈ, ਉਹਨਾਂ ਨੇ ਐਡੀਸ਼ਨਲ ਸੈਸ਼ਨ ਜੱਜ ਬਰੇਲੀ ਰਵੀ ਕੁਮਾਰ ਦਿਵਾਕਰ ਜੀ ਨੇ ਇਹ ਸ਼ਹਿ ਕਿੱਥੋਂ ਲਈ? ਹੁਣ ਸਵਾਲ ਇਹ ਹੈ, ਯੋਗੀ ਆਦਿੱਤਿਆਨਾਥ ਜੀ ਜਦੋਂ ਗੋਰਖਪੁਰ ਤੋਂ ਮੈਂਬਰ ਪਾਰਲੀਮੈਂਟ ਸਨ ਤਾਂ ਉਹਨਾਂ ਨੇ ਇੱਕ ਹੇਟ ਸਪੀਚ ਦੇ ਦਿੱਤੀ ਸੀ। ਹੇਟ ਸਪੀਚ ਦਿੱਤੀ ਸੀ ਉਦੋਂ ਜਦੋਂ ਉਹ ਮੈਂਬਰ ਪਾਰਲੀਮੈਂਟ ਸਨ ਤੇ ਉਹਨਾਂ 'ਤੇ ਪਰਚਾ ਦਰਜ ਹੋ ਗਿਆ ਸੀ। ਜਦੋਂ ਪਰਚਾ ਦਰਜ ਹੋ ਗਿਆ ਸੀ ਉਹਨਾਂ 'ਤੇ ਫਿਰ ਅੱਗੋਂ ਕੀ ਹੋਇਆ ਉਹ ਵੀ ਦੱਸ ਦਿੰਦਾ। ਕ੍ਰਿਸ਼ਨ ਮੁਰਾਰੀ ਜੀ ਦਾ ਬੈਂਚ ਸੀ ਇਲਾਹਾਬਾਦ ਹਾਈ ਕੋਰਟ ਵਿੱਚ, ਜਿਹਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਸੀ, ਬਰੀ ਕਰ ਦਿੱਤਾ ਸੀ, ਕੇਸ ਤੋਂ ਮੁਕਤ ਕਰ ਦਿੱਤਾ ਸੀ। ਤੇ ਉਹਨਾਂ ਨੂੰ ਉਸ ਦੇ ਇਵਜ਼ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਬਤੌਰ ਚੀਫ ਜਸਟਿਸ ਨਿਯੁਕਤੀ ਇਹ ਅਵਾਰਡ ਮਿਲਿਆ ਸੀ। ਰਿਵਾਰਡ ਨਹੀਂ, ਅਵਾਰਡ। ਹੁਣ ਇਹ ਅਵਾਰਡ ਹੈ ਜਾਂ ਰਿਵਾਰਡ ਹੈ ਇਹ ਤੁਸੀਂ ਦੇਖੋ, ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੱਤੀ ਹੈ। ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਦੇਰ ਦੇ ਵਿੱਚ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਗਿਆ ਸੀ ਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 3 ਜਾਂ 4 ਵੈਕੈਂਸੀਆਂ ਵਧਾ ਕੇ ਉਹਨਾਂ ਨੂੰ ਐਡਜਸਟਮੈਂਟ ਦਿੱਤੀ ਗਈ ਸੀ। ਇਹ ਕੰਮ ਤੇ ਸਮੀਕਰਨ ਹੋਇਆ ਸੀ। ਹੁਣ ਅੱਗੇ ਚੱਲ ਲਓ, ਅਪੀਲ ਵੀ ਜਿਹੜੀ ਸੀਗੀ ਉੱਥੇ ਕ੍ਰਿਸ਼ਨ ਮੁਰਾਰੀ ਜੀ ਜੱਜ ਸਾਹਿਬ ਦੇ ਪਹੁੰਚਣ ਤੋਂ ਪਹਿਲੇ ਅਪੀਲ ਵੀ ਚਲੀ ਗਈ ਸੀ ਤੇ ਉਸ ਇਲਾਹਾਬਾਦ ਦੀ ਅਪੀਲ ਜਿਹੜੀ ਅਪੀਲ ਅਗੇਂਸਟ ਇਕੁਇਟਲ ਦੇ ਵਿੱਚ ਗਈ ਸੀ, ਉਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਉਸ ਵੇਲੇ ਦਿਸ਼ਾ ਨਿਰਦੇਸ਼ ਫਰਮਾਏ ਜਾਂ ਨਹੀਂ ਫਰਮਾਏ, ਲੇਕਿਨ ਨਜ਼ਰਸਾਨੀ ਵਾਸਤੇ ਰੱਖ ਲਈ। ਤੇ ਹੁਣ ਗੱਲ ਕੀ ਹੋ ਗਈ ਹੈ ਅੱਗੋਂ ਨਵੀਂ ਸੁਣ ਲਓ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਮਾਨਯੋਗ ਸੁਪਰੀਮ ਕੋਰਟ ਨੇ ਕਦੋਂ ਕਹੀ ਤੇ ਕੀ ਗੱਲ ਕਹੀ? ਹੇਟ ਸਪੀਚ ਇਨਵੋਲਵਿੰਗ ਯੋਗੀ ਆਦਿੱਤਿਆਨਾਥ, ਸੁਪਰੀਮ ਕੋਰਟ ਡਿਸਮਿਸਿਸ ਪਲੀ ਅਗੇਂਸਟ ਹਾਈ ਕੋਰਟ ਆਰਡਰ। ਕਿਸ ਵਜ੍ਹਾ ਕਰਕੇ ਹੋ ਗਿਆ? ਇਸ ਵਜ੍ਹਾ ਕਰਕੇ ਹੋ ਗਿਆ ਕਿ ਲੱਭਿਆ ਗਿਆ legal questions of sanction will be kept open to be dealt with an appropriate case bench comprising of Hema Kohli, C.T. Ravi Kumar ਦੀ ਖੰਡਪੀਠ ਨੇ ਤੇ ਹੈਡਡ ਬਾਈ ਚੀਫ ਜਸਟਿਸ ਡੀ ਵਾਈ ਚੰਦਰਚੂੜ ਸਾਹਿਬ ਨੇ ਇਹ ਆਦੇਸ਼ ਫਰਮਾਤੇ ਤੇ ਇਹ ਕਿਹਾ
ਕਿ ਜਿਹੜੀ FIR ਰਜਿਸਟਰ ਹੋਈ ਸੀ ਯੋਗੀ ਆਦਿੱਤਿਆਨਾਥ ਬੀਇੰਗ ਮੈਂਬਰ ਆਫ ਪਾਰਲੀਮੈਂਟ ਦੇ ਖਿਲਾਫ ਗੋਰਖਪੁਰ ਦੇ ਪੁਲਿਸ ਸਟੇਸ਼ਨ ਦੇ ਵਿੱਚ, ਤੇ ਨਾਲ ਕਈ ਲੋਕ ਹੋਰ ਸੀ, ਉਹਨਾਂ ਉੱਤੇ ਵੀ ਚਾਰਜ ਆਏ ਸਨ ਕਿ ਉਹਨਾਂ ਨੇ ਹੇਟ ਸਪੀਚ ਕੀਤੀ ਹੈ। ਤੇ ਜੇ ਹੇਟ ਸਪੀਚ ਕੀਤੀ ਹੈ, ਦੋ ਗਰੁੱਪਸ ਦੇ ਵਿੱਚ ਐਨੀਮਿਟੀ ਪ੍ਰਮੋਟ ਹੋਈ ਹੈ, ਤੇ ਐਨੀਮਿਟੀ ਪ੍ਰਮੋਟ ਹੋਈ ਹੈ, ਤੁਸੀਂ ਇਹ ਦੇਖੋ। ਤੇ ਫਿਰ ਇਹ ਜਿਹੜੀ ਹੈ ਟੈਕਨੀਕਲ ਗਰਾਊਂਡ ਤੇ ਕਿਤੇ ਤੇ ਕੀਤੀ, ਕਿਉਂਕਿ ਜਿਹੜੀ ਸਰਕਾਰ ਹੈ ਉਹਨੇ ਕੇਸ ਵਾਪਸ ਲੈਣ ਦੀ ਜਿਹੜੀ ਇਹ ਕਾਰਵਾਈ ਕਰਕੇ ਕੇਸ ਵਾਪਸ ਲੈ ਲਿਆ। ਤੇ ਕੇਸ ਵਾਪਸ ਵੀ ਕਿਹਨੇ ਲਿਆ? ਦੋਸ਼ੀ ਜਿਹੜਾ ਮੁਲਜ਼ਮ ਹੈ ਜਿਹੜਾ, ਉਹ ਚੀਫ ਮਿਨਿਸਟਰ ਹੈ ਇਸ ਵੇਲੇ ਸਟੇਟ ਦਾ, ਤੇ ਉਸੇ ਨੇ ਹੀ ਕੇਸ ਵਾਪਸ ਲੈ ਲਿਆ, ਆਪਣੇ ਅਗੇਂਸਟ ਕੇਸ ਵਾਪਸ ਲੈ ਲਿਆ। ਇੱਥੇ ਇੱਕ ਕਿਸੇ ਸੱਜਣ ਦੀ ਗੱਲ ਬੜੀ ਯਾਦ ਆਈ, मेरे अगेंस्ट मुकदमा हो गया, गवाह भी उनका था, मुफसिल भी उनका था, तो काजी भी उनका था। मुझे मालूम था कि मेरे केस का फैसला क्या होगा। इस तरह के कुछ शब्द हो सकता मैं एक्सप्रैस कर सकिया या नहीं कर सकिया, लेकिन ये जिहड़ी हेट स्पीच का केस है इस वजह करके हो गया खत्म, क्योंकि ये विच जिहड़ी है मानयोग सुप्रीम कोर्ट ने यह कह दिता कि हुण क्योंकि ये केस वापस हो गया तो ये कोई गल रह नहीं गई, तो जे कोई गल रह नहीं गई तो फिर इनू रखन का सोचन का विचारन का अजिहा काम ते कारोबार क्यों किया जाए। लेकिन इत्थे मानयोग सुप्रीम कोर्ट नूं एक गल शायद चेते चों निकल गई कि उन्होंने बिल्की बानोज के केस विच पिछले साल फैसला किया कि कुछ तथ्य जिहड़े सी मानयोग कोर्ट तो छुपाए गए सी। जदों बिल्की बानोज के जिहड़े 11 जिहड़े सी दोषी उन्हां नूं रिहा किया गया, रमेशनस के उत्ते छड्डिया गया, जदों उन्हां नूं छड्डिया गया तो उहदे विच सप्रैशन ऑफ फैक्ट जिहड़ा सी वो आया। जे सप्रैशन ऑफ फैक्ट आया या किसी तरह का भी आया है तो कंप्लीट जस्टिस की उहदे विच गल कीती गई, तो की इस केस विच कंप्लीट जस्टिस की गल नहीं सी हो सकी। इक्को ही सरकमस्टांस दे विच साडी मानयोग सुप्रीम कोर्ट ये क्यों भुल गई कि इत्थे भी जिहड़ी ये कानून की गल होनी है तो AIR 1952 सुप्रीम कोर्ट पेज 1 2 3 काजी रनिंग के केस दे विच की होया सी, मानयोग सुप्रीम कोर्ट ने कहा सी कॉन्स्टिट्यूशन सुप्रीम ते कोई कॉन्स्टिट्यूशनल वायलेशन जिहड़ी है नहीं सही जाएगी। तो मानयोग सुप्रीम कोर्ट नूं बेनती है कि इत्थे भी नज़रसानी करे ते अपना जिहड़ा हर दूजे चौथे दिन बाद ये आदेश आउंदा है कि पब्लिक फेथ शुड नॉट बी शेकन, उसनूं बरकरार रखण दे वास्ते जरूरी ते योग कदम स्यू मोटो पावर जिहड़ी है एक्सरसाइज करके मानयोग सुप्रीम कोर्ट योग दिशा निर्देश फरमाए। ये हुण तुहानूं पता लग गया होना है कि एडिशनल सैशन जज बरेली ने ये क्यों ते किस तरह का कदम उठाया ते किन्ने होर जजां ने इदां दे कदम उठाए होणगे, ये गल तुहाडे नाल कर दित्ती है पूरी। ते हुण गल इन्नी कू कि तुसी इस वीडियो नूं वध तों वध शेयर करना, जरा सोच दे उत्ते अपनी दे उत्ते थोड़ा जिहा भार जरूर पा लेना, देश हित च पा लेना, क्योंकि साडी जुडिशरी सुप्रीम है, कॉन्स्टिट्यूशन सुप्रीम है, जिन्हें एग्जैक्टिव ते लैजिसलेचर दोनों नूं नत्थ पाई हुई है। डॉक्टर भीम राव अंबेडकर जी ने यह गल सानूं कॉन्स्टिट्यूशन विच लिख के समझाई हुई है कि तुसीं इहदे नाल खिलवाड़ होण दिओगे। वी दी पीपल ऑफ इंडिया क्वेश्चन तुहाडे नाल करदा। सत श्री अकाल। गल्लां इन्नियां कुछ दे नाल मेरी इस वीडियो नूं वध तों वध शेयर कर देना, सबसक्राइब कर देना मेरे चैनल नूं, ते इस गल नूं लीगल सर्कल, राइट माइंडेड पीपल ते पोलीटिकल अदारियां दे विच जरूर करना गल।